जी दोस्तों, जिवें तुहानूं दस्सिया अड्डे की लोकेशन तुहानूं विखाई है, जिहड़े अड्डे ते असीं चलते हैं खरबूजे के सीजन दे विच। पिछले साल तुहानूं मैं अगे भी दस्सिया भी होर लोकेशन ते अड्डा हा। इस सीजन दे विच इत्थे पीके होटल है, इत्थे अड्डा है। अड्डा ओनर बैठन साडे नाल भाई रशाद अमन राय साहब ते साडे अजीज हैं, अपनी तो डाडी इज्जत करन देन जी। असीं भी कोई नहीं भी कदी इद्दे ते कदी उद्दे हिके जा ते मतलब मंदा होवे तेजी होवे, असीं साडी कोशिश हुंदी है भी असीं इस अड्डे ते आ गए ते इन्हां दे नाल दो गल्लां करके दो गप्पां ला के तुहाडे नाल शेयर करनियां। अस्सलाम वालेकुम। वालेकुम सलाम सर, खैरियत है? ठीक हो? अल्हम्दुलिल्लाह ठीक है, खैरियत। आप सुनाइए क्या हाल है? जी अल्लाह दा करम। मैं सर बोलेना पंजाबी, तुसी बेशक ਅਸੀਂ ਵੀ ਪੰਜਾਬੀ ਦੇ ਨਾਲ ਗੱਲ ਕਰ ਲੈ, ਕੋਈ ਟੈਨਸ਼ਨ ਨਹੀਂ ਹੁੰਦਾ ਜੀ। ਹਾਂ ਇਹ ਵਿਸ਼ਾ ਤੇ ਸਰ ਸੁਣਾਓ, ਇੱਕ ਕਦੋਂ ਤੁਸੀਂ ਤਾਂ ਸਟਾਰਟ, ਮੇਰੇ ਖਿਆਲ ਚ ਅਸੀਂ ਲੇਟ ਆਏ ਹਾਂ। ਉਦੋਂ ਇਹ ਗੱਡੀ ਤੁਸੀਂ ਹੁਣ ਚਾਲੂ ਕੀਤੀ ਇਸ ਸੀਜ਼ਨ? ਅਸੀਂ 15 ਫਰਵਰੀ ਨੂੰ ਪਹਿਲੀ ਗੱਡੀ ਲੋਡ ਕੀਤੀ ਹੈ। ਮਾਸ਼ਾਅੱਲਾ 15 ਫਰਵਰੀ ਨੂੰ ਅਸੀਂ ਲੇਟ ਆਏ ਹਾਂ। ਤੁਸੀਂ ਲੇਟ ਆਏ ਥੋੜਾ ਜੀ, ਠੀਕ। ਇਹ ਸਰ ਅੱਡਾ ਚਲਾਈਂਦੇ ਤੁਹਾਨੂੰ ਕਿੰਨਾ ਅਰਸਾ ਹੋ ਗਿਆ? ਮਾਸ਼ਾਅੱਲਾ ਮੈਂ ਵੇਖਦਾ ਤੁਹਾਡਾ ਕਾਫੀ ਤਜਰਬਾ ਹੈ ਅੱਡੇ ਦੇ ਇਸ ਕੰਮ ਦਾ। ਸਾਨੂੰ ਅੱਡਾ ਚਲਾਉਂਦੇ ਤਕਰੀਬਨ 15 ਸਾਲ ਹੋ ਗਏ ਆ। ਇਹ 15ਵਾਂ ਸਾਲ ਦਾ ਸੀਜ਼ਨ ਜਾ ਰਿਹਾ ਸਾਡਾ ਖਰਬੂਜ਼ੇ ਦਾ। ਅੱਛਾ, ਤੇ 15 ਸਾਲਾਂ ਦੇ ਵਿੱਚ ਇਹੋ ਬਾਈ ਗੌਸ ਹੋਰਾਂ ਦੇ ਨਾਲ ਇਕੱਠੇ? ਬਿਲਕੁਲ, ਗੌਸ ਹੋਰਾਂ ਨਾਲ ਇਕੱਠੇ ਰਹੇ ਅਸੀਂ। ਗੌਸ ਹੋਰਾਂ ਰਿਹਾ, ਮੇਰਾ ਸਾਥੀ ਅਦਨਾਨ ਨਾਲ ਰਿਹਾ ਆ। ਇਹ ਤਾਂ ਹੁਣ ਸਮਝ ਹੋਇਆ ਨਾ 15 ਸਾਲ ਤੇ ਨਾਲ ਕੋਈ ਨਾ ਰਿਹਾ ਸੀ। ਨਹੀਂ 15 ਸਾਲ ਹੀ ਨਾ ਰਿਹਾ, 2 ਸਾਲ ਨਹੀਂ ਸੀ ਵਿੱਚ ਇਹ। ਅੱਛਾ, ਪਹਿਲੇ ਛੋਟਾ ਸੀ, ਖੂਬਸੂਰਤ ਜਿਹਾ, ਨਜ਼ਰ 'ਚ ਨਹੀਂ ਆਉਂਦਾ ਸੀ ਕਿਸੇ 'ਚ। ਨਜ਼ਰ ਨਾ ਆਉਂਦਾ ਡਰਾਈਵਰ ਅੰਤਮ ਸੀ ਜੀ। ਠੀਕ यार, 15 साल रल के अड्डा चलावना ये भी एक मतलब 15 साल उम्र का टोटा है जी जी। ते बड़ी हिम्मत नहीं भी तुसी इकट्ठे ही दोवें इकट्ठे भी नहीं तो बंदे लड़ाई भिड़ाई हो जाती, बंदे वटी जाते हैं। वो छोटे मोटे नुक्ताचीनी नहीं होंदी, वैसे साडी कोई एडा बड़ा कभी इख्तलाफ नहीं होया इस चीज़ के। जी ठीक। रल के चलना तो इतफाक ना चलना चाहिए ना यार। ये छोटे मोटे कारोबार तो बंदा बड़े बड़े कारोबार कर लेंदा इकट्ठे, इतफाक च बरकत है जी ठीक। दोस्तों, भाई इरशाद साहब का एक यूट्यूब चैनल भी इन्हें, फेसबुक पेज भी इन्हें, उस बारे भी इन्होंने को पुछना ते पहले ये दसो सर भी तुसी सीजन दे विच इत्थे अड्डा बनदा, सीजन तो इलावा भी कोई गड्डी गुड्डी दे आवे लोड करिंदे हो? नहीं, असि सीजन तो इलावा भाई गौस कम करदे आ, ਉਹਦਾ ਬੇਟਾ ਕੰਮ ਕਰਦਾ। ਮੈਂ ਸੀਜ਼ਨ ਤੋਂ ਇਲਾਵਾ ਮੇਰੀ ਆਪਣੀ ਫਸਲ ਖੇਤੀਬਾੜੀ ਜ਼ਿਮੀਂਦਾਰੀ ਦਾ ਕੰਮ ਆ, ਉਸ ਕੰਮ 'ਚ ਹੁੰਦਾ ਆ। ਸੀਜ਼ਨ ਦੇ ਵਿੱਚ ਖਰਬੂਜ਼ੇ ਦੇ ਕੰਮ 'ਚ ਅਸੀਂ ਅੜਾ ਚਲਾਉਂਦੇ ਆ। ਉਸ ਤੋਂ ਇਲਾਵਾ ਮੇਰੀ ਐਕਟੀਵਿਟੀ, ਮੇਰਾ ਆਪਣਾ YouTube ਚੈਨਲ ਆ, ਫੇਸਬੁੱਕ ਪੇਜ ਆ। ਹਾਂ, ਉਹ ਕਿੱਥੇ ਵਧਾ ਹੈ? ਥੋੜਾ ਜਿਹਾ ਉਹਦੇ ਬਾਰੇ ਦੱਸੋ ਨਾ ਤੁਸੀਂ। ਉਹਦੇ ਬਾਰੇ ਫਿਰ ਮੈਂ ਲਿੰਕ ਦੇ ਦੇ ਸੰਤਲ ਡਿਸਕ੍ਰਿਪਸ਼ਨ ਉਹ ਤੁਸੀਂ ਲਿੰਕ ਦੇ ਦਿਓ। ਬਾਕੀ ਇਹ ਕਿ ਮੇਰੀ ਆਪਣੀ ਜ਼ਿਮੀਂਦਾਰੀ ਆ ਮਾਸ਼ਾਅੱਲਾ ਬਹੁਤ ਅੱਛੀ ਖਾਸੀ ਹੈ ਉਸ ਚੈਨਲ ਤੇ। ਉਸ ਤੇ ਮੈਂ ਜਿੰਨੀ ਵੀ ਜ਼ਿਮੀਂਦਾਰਾਂ ਦੇ ਜੋ ਮਸਲੇ ਮਸਾਇਲ ਆ ਸਾਰੇ ਉਸੇ ਹਰ ਫਸਲ ਦੇ ਬਾਰੇ 'ਚ ਮੈਂ ਇਨਫੋਰਮੇਸ਼ਨ ਦਿੰਦਾ ਆ। ਮਤਲਬ ਇੱਥੇ ਫਸਲਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਜਿਨ੍ਹਾਂ ਦੇ ਬਾਰੇ? ਸਿੰਧ ਵਿੱਚ ਜਿਹੜੀਆਂ ਐਡਵਾਂਸ ਫਸਲਾਂ ਹੁੰਦੀਆਂ ਤੁਹਾਡੇ ਇਲਾਕੇ ਦੇ? ਸਾਡੇ ਇਲਾਕੇ 'ਚ ਬਦੀਨ ਸਭ ਤੋਂ, ਪਾਕਿਸਤਾਨ 'ਚ ਸਭ ਤੋਂ ਪਹਿਲੇ ਫਸਲਾਂ ਜਿੰਨੀਆਂ ਵੀ ਸਬਜ਼ੀਆਂ ਬਦੀਨ 'ਚ ਸ਼ੁਰੂ ਹੁੰਦੀਆਂ ਆ। ਜਿੱਦਾਂ ਟਮਾਟਰ ਐਡਵਾਂਸ ਇੱਥੋਂ ਸ਼ੁਰੂ ਹੁੰਦਾ, ਮਿਰਚ ਐਡਵਾਂਸ ਇੱਥੋਂ ਸ਼ੁਰੂ ਹੁੰਦੀ ਆ, ਅੰਬ ਇੱਥੋਂ ਸ਼ੁਰੂ ਹੁੰਦਾ, ਟਿੰਡਾ ਭਿੰਡੀ ਜੋ ਵੀ ਫਸਲਾਂ ਖਰਬੂਜ਼ਾ ਇੱਥੋਂ ਸ਼ੁਰੂ ਹੁੰਦਾ। ਉਹਨਾਂ ਸਾਰਿਆਂ ਦੀ ਇਨਫੋਰਮੇਸ਼ਨ ਮੇਰੇ ਸ਼ੁਰੂਆਤ ਇੱਥੋਂ ਹੁੰਦੀ ਹੈ ਸਿੰਧ। ਮੇਰੇ ਉਸ ਚੈਨਲ ਦੇ ਉੱਤੇ ਸਾਰੀ ਸਿੰਧ ਦੇ ਵਿੱਚ ਜਿੰਨੀ ਐਡਵਾਂਸ ਕਾਸ਼ਤ ਆ ਉਹਦੀ ਹਰ ਚੀਜ਼ ਦੀ ਵੀਡੀਓ ਮੇਰੇ ਚੈਨਲ ਤੇ ਪਈ ਹੈ। ਕਿਸਾਨ ਵਲੋਗ ਨਾਮ ਹੈ ਮੇਰਾ। ਜ਼ਾਹਿਰ ਤੁਹਾਡਾ ਜਦੋਂ ਤੁਹਾਡਾ ਕੰਮ ਹੀ ਹੋਵੇ ਫਸਲਾਂ ਦਾ, ਤੁਹਾਡਾ ਤਜਰਬਾ, ਤੁਸੀਂ ਆਪਣਾ ਤਜਰਬਾ ਸ਼ੇਅਰ ਕਰਦੇ ਹੋ। ਬਿਲਕੁਲ ਤਜਰਬਾ ਸ਼ੇਅਰ ਕਰਦੇ ਹਾਂ। ਬੜੀ ਗੱਲ ਹੈ ਜੀ ਇਹ। ਪਰ ਤੁਸੀਂ ਉਸ ਤੇ ਮਿਹਨਤ ਕਰੋ ਨਾ। ਤੇ ਨਾਜ਼ਰੀਨ, ਤੁਸੀਂ ਵੀ ਜਾ ਕੇ ਵੇਖਿਆ ਐਸੇ ਹੀ ਵੀ ਭਾਈ ਹੋਰੀ ਕੰਮ ਕਿਵੇਂ ਕਰਦੇ ਪਏ, ਮੈਨੂੰ ਮੁੜ ਕਮੈਂਟ ਕਰਕੇ ਦੱਸੇ ਸੋ। ਤੇ ਬਾਕੀ ਨਾ ਤੁਸੀਂ ਆਪਣਾ ਤਜਰਬਾ ਸ਼ੇਅਰ, ਜਿਵੇਂ ਮੈਂ ਡਰਾਈਵਰ ਹਾਂ ਤਾਂ ਮੈਂ ਆਪਣੀ ਲਾਈਫ ਵੀ ਕਹਿਣਾ, ਟਰੱਕ ਡਰਾਈਵਰ ਲਾਈਫ, ਅਸੀਂ ਅੱਗੇ ਆਪਣਾ ਤਜਰਬਾ ਸ਼ੇਅਰ ਤੋਂ ਬੜਾ ਦੇਖੋ ਨਾ। ਇੱਕ ਚੀਜ਼ ਬੰਦਾ ਬਣਿੰਦਾ ਹੈ ਬਈ ਇਹ ਵੇਖ ਕੇ ਅਗਲੇ ਵੇਖਣ ਵਾਲੇ ਨੂੰ ਫਾਇਦਾ ਹੋਵੇ, ਦੇਖਣ ਵਾਲੇ ਨੂੰ ਫਾਇਦਾ ਹੋਵੇ, ਉਹ ਸਦਕਾ ਜਾਰੀਆ ਹੀ ਨੇ। ਮੇਰੀ YouTube ਤੇ ਜੋ ਵੀ ਬੰਦਾ ਫਿਲਮ ਦੇਖੂਗਾ, ਵੀਡੀਓ ਦੇਖੂਗਾ ਫਸਲਾਂ ਦੇ ਬਾਰੇ 'ਚ ਉਹਨੂੰ 100% ਫਾਇਦਾ ਹੋਊਗਾ। ਬਿਲਕੁਲ ਓਰੀਜਨਲ ਹੈ, ਆਰਗੈਨਿਕ ਹੈਗੀਆਂ। ਉਹਦੇ ਵਿੱਚ ਕੋਈ ਮੇਰੀ ਇੱਦਾਂ ਦੀ ਫੇਕ ਵੀਡੀਓ ਨਹੀਂ ਜੋ ਕਿਤੋਂ ਮੈਂ ਕਿਸੇ ਹੋਰ ਚੈਨਲ ਤੋਂ ਅਪਲੋਡ ਕੀਤੀ ਹੈ। ਮੈਂ ਜੋ ਵੀ ਦਿਖਾਉਂਦਾ ਨਾ ਬਿਲਕੁਲ ਰੀਅਲ ਦਿਖਾਉਂਦਾ ਜਾ ਕੇ ਆਪਣੇ ਫਸਲਾਂ ਦੇ ਖੇਤਾਂ ਦੇ ਵਿੱਚ ਜੋ ਉਹਨਾਂ ਦੀ ਬਿਜਾਈ ਹੁੰਦੀ ਆ, ਹਾਰਵੈਸਟਿੰਗ ਹੁੰਦੀ ਆ, ਮੁਕੰਮਲ ਮੇਰੀ ਵੀਡੀਓ ਉਹਨਾਂ ਦੇ ਉੱਤੇ ਪਈਆਂ। ਕਾਸ਼ ਕਿਸ ਤਰੀਕੇ ਨਾਲ ਕੀਤੀ ਜਾਂਦੀ ਹੈ, ਹਰ ਫਸਲ ਦੇ ਬਾਰੇ 'ਚ ਪਈ ਹੈ ਮੇਰੀ ਵੀਡੀਓ। ਉਸ ਤੋਂ ਤੁਸੀਂ ਦੇਖ ਸਕਦੇ, ਬਿਲਕੁਲ ਭਰਪੂਰ ਕਿਸਾਨ ਫਾਇਦਾ ਚੱਕ ਸਕਦੇ ਆ ਜੀ। ਠੀਕ। ਇਸੇ ਤਰੀਕੇ ਨਾਲ ਫੇਸਬੁੱਕ ਪੇਜ ਤੋਂ ਵੀ ਲੋਕੀ ਮੈਨੂੰ ਲਾਈਕ ਕਰਦੇ ਆ, ਦੇਖਦੇ ਆ, ਬਹੁਤ ਜ਼ਿਆਦਾ ਮੇਰੇ ਚਾਹਣੇ ਵਾਲੇ ਹੈਗੇ ਆ। ਕਾਸ਼ ਕਮਾਈ ਵੀ ਨੇ YouTube ਤੋਂ ਵਾਲੀ ਮੈਨੂੰ ਇਹ ਬੜਾ ਤੇਰਾ ਅਜੀਬ ਸਵਾਲ ਹੋ ਗਿਆ। ਕਮਾਉਣ ਵਾਲੇ ਪਾਸੇ ਅਸੀਂ ਨਹੀਂ ਆਏ ਹਜੇ, ਅਸੀਂ ਸਿਰਫ ਅਜੇ ਉਹ ਕਹਿੰਦੇ ਰਨਿੰਗ ਵਾਲੇ ਪਾਸੇ ਆ। ਅੱਛਾ, ਮਤਲਬ ਤੁਹਾਡਾ ਹਾਲੀ ਤੁਹਾਡੀ ਇਹ ਸੋਚ ਹੈ ਬਈ ਚਲੋ ਵੇਖਣ ਵਾਲੇ ਨੂੰ ਕੋਈ ਫਾਇਦਾ ਹੋ ਜਾਏ। ਅਸੀਂ ਫੇਮਸ ਹੋਣ ਵਾਲੇ ਪਾਸੇ ਵੀ ਸਾਡਾ ਜ਼ਰਾ ਚੈਨਲ ਫੇਮਸ ਹੋ ਜਾਵੇ ਜਿਹੜਾ ਹੈਗਾ ਜੀ। ਠੀਕ, ਮਤਲਬ ਕੋਈ ਜਾਣ ਪਹਿਚਾਣ ਹੋ ਜਾਏ ਜੀ। ਠੀਕ। ਬਾਕੀ ਅੱਡੇ ਦੇ ਹਿਸਾਬ ਨਾਲ ਮੈਂ ਕੁਝ ਗੱਲ ਕਹਿਣਾ ਚਾਹੂੰਗਾ ਜੀ। ਸਾਡਾ ਇਹਨੇ ਸਭ ਤੋਂ ਵੱਡਾ ਅਵੈਸੀਆ ਗੁੱਡਸ ਟਰਾਂਸਪੋਰਟ ਕੰਪਨੀ ਆ। ਸਾਡੀ ਹਮੇਸ਼ਾ ਤਾਵਨ ਬੈਡਫੋਰਡ, ਮਜ਼ਦਾ, FB
ਜਾਂ ਕਾਰਗੋ, ਜਿਹੜੀਆਂ ਗੱਡੀਆਂ ਨੂੰ ਤਰਜੀਹ ਹੈ ਕਿ ਸਾਡੇ ਕੋਲ ਟਾਈਮ ਵਾਲੀ ਗੱਡੀਆਂ ਸਾਰੇ ਹੋਣਗੀਆਂ। ਤੁਹਾਡੀ ਗੱਲ ਘਟਦਾ ਪਿਆ ਵਿੱਚੋਂ ਇੱਕ ਦੋ ਡਰਾਈਵਰਾਂ ਕੋਲ ਮੈਂ ਸੁਣਿਆ ਹਾਂ ਜੀ ਜੀ ਬਈ ਉਹ ਰਾਤਾਂ ਦੇ ਡਰਾਈਵਰ ਹਨ ਬੈਡਫੋਰਡ ਦੇ, ਜੀ ਜੀ ਉਹ ਪੈਦਿਆਂ ਵੀ ਇਹ ਅੱਡੇ ਵਾਲੇ ਮਸਦਿਆਂ ਵੱਲ ਜ਼ਿਆਦਾ ਤਵੱਜੋ ਕਰਦੇ, ਸਾਡੇ ਵੱਲ ਤਵੱਜੋ ਨਹੀਂ ਕਰਦੇ। ਕਿਆ ਇਹ ਠੀਕ ਹੈ? ਨਹੀਂ, ਉਹਨਾਂ ਦੀ ਗੱਲ ਕੁਛ ਕੁ ਤਾਂ ਠੀਕ ਹੈ, ਕਿਉਂਕਿ ਇਹ ਦੌਰ ਜਿਹੜਾ ਦੇਖੋ ਪਹਿਲੇ ਨੋਕੀਆ ਫੋਨ ਸੀ, ਛੋਟਾ ਜਿਹਾ ਸੀਗਾ। ਮੈਂ ਮਿਸਾਲ ਇੱਕ ਛੋਟੀ ਜਿਹੀ ਦੇ ਦਿੰਦਾ, ਪਹਿਲੇ ਸੀ ਨੋਕੀਆ ਫੋਨ ਛੋਟਾ ਜਿਹਾ ਸੀਗਾ। ਹਾਂਜੀ ਅੱਜ ਕੱਲ੍ਹ ਹਰ ਬੰਦੇ ਦੇ ਕੋਲ ਟੱਚ ਫੋਨ ਆ, ਤੇ ਜਿਹੜੇ ਅਪਗ੍ਰੇਡੇਸ਼ਨ ਆ ਗਈ। ਅਪਗ੍ਰੇਡ ਹੋ ਗਿਆ ਹਰ ਚੀਜ਼। ਟਰੱਕ ਬੈਡਫੋਰਡ ਉਹੀ ਪੁਰਾਣਾ ਦੌਰ ਆ, ਜਿਹੜਾ 70 ਜਾਂ ਤੁਸੀਂ FB ਜਾਂ ਕੋਈ ਵੀ ਤੁਸੀਂ ਮਜ਼ਾ ਲੈਂਦੇ ਹੋ, ਉਹ ਟਾਈਮ ਕਾਫੀ ਕਵਰ ਕਰ ਲੈਂਦਾ। ਹਾਂ, ਉਹਦੇ ਵਿੱਚ ਉਹ ਜਿੰਨੇ ਵੀ ਜ਼ਿਮੀਦਾਰ ਉਹਨੂੰ ਲਾਈਕ ਔਰ ਪਸੰਦ ਕਰਦੇ ਆ, ਕੀ ਕਰੀਏ ਅਸੀਂ ਤਾਂ ਬੈਡਫੋਰਡ ਨੂੰ ਵੀ ਚਲਾਉਣੇ ਆ, ਆਪਣੇ ਕਾਰਗੋ ਨੂੰ ਵੀ ਚਲਾਉਣਾ ਆ, 70 ਜਾਂ ਕਿਹਨੂੰ ਕਹਿੰਦੇ ਉਹ ਸੈਂਪਲ ਕਹਿੰਦੇ ਉਹਨੂੰ ਵੀ ਚਲਾਉਣਾ, ਹਰ ਗੱਡੀ ਨੂੰ ਅਸੀਂ ਮਾਲ ਦੇਣਾ ਆ। ਸਾਡੇ ਨੂੰ ਅਸੀਂ ਕਿਸੇ ਡਰਾਈਵਰ ਦਾ ਦਿਲ ਨਹੀਂ ਦਿਖਾਉਣਾ ਚਾਹੁੰਦੇ, ਸਹੀ। ਕਿਉਂਕਿ ਹਰ ਬੰਦਾ ਇੰਨੀ ਦੂਰੋਂ ਕਮਾਈ ਨਹੀਂ ਆਉਂਦਾ, ਬੜੀ ਆਸ ਉਮੀਦ ਰੱਖ ਕੇ ਸਾਡੇ ਕੋਲ ਆਉਂਦਾ ਕਿ ਅਸੀਂ ਇਹਨਾਂ ਨੂੰ ਲੋਡ ਕਰਵਾਈਏ ਔਰ ਆਪਣੇ ਘਰਾਂ ਨੂੰ ਵਾਪਸ ਜਾਈਏ। ਤੇ ਜਿਹੜਾ ਡਰਾਈਵਰ ਸਾਰਾ ਸੀਜ਼ਨ ਹੋਰ ਦੇ ਗੁਜ਼ਾਰੇ ਤੇ ਮੰਦੇ ਦੇ ਵਿੱਚ ਉੜਿਆ ਥੜੂਕਾ ਤੁਹਾਡੇ ਕੋਲ ਆਵੇ, ਅਸੀਂ ਉਹਨੂੰ ਵੀ ਇੱਜ਼ਤ ਦੇਵਾਂਗੇ ਕਿ ਅਗਲੇ ਸਾਲ ਹੋ ਸਕਦਾ ਸਾਨੂੰ ਪਸੰਦ ਕਰੇ, ਸਾਡੇ ਕੋਲ ਆਉਣਾ ਸ਼ੁਰੂ ਕਰ ਦੇਵੇ। ਜੀ ਦੋਸਤੋ, ਇਹ ਜਿਵੇਂ ਫਸਲ ਖਰਬੂਜ਼ੇ ਦੀ ਹੁੰਦੀ ਹੈ ਨਾ, ਅੱਡਿਆਂ ਵਾਲੇ ਜ਼ਿਆਦਾ ਮੈਨ ਅਗਰ ਕਿਸੇ ਨੂੰ ਦਿਲਦਾਰੀ ਹੋਵੇ ਤਾਂ ਮਾਦਰਤ ਢੇਰ ਅੱਡਿਆਂ ਲਈ ਫਸਲੀ ਬਟੇਰੇ ਬਣ ਬੰਦੇ ਨੇ, ਮਤਲਬ ਸੀਜ਼ਨ 'ਚ ਅੱਡਾ ਬਣਾਇਆ ਤਾਂ ਮੋੜ ਤੇ ਮੈਨੂੰ ਤਾਂ 5-6 ਸਾਲ ਹੈ ਇਹਨਾਂ ਦੇ ਕੋਲ ਲਗਾਤਾਰ ਆਉਂਦਿਆਂ ਤੇ ਇਹ ਸ਼ਕਲਾਂ ਹੀ ਮੈਨੂੰ ਤਾਂ ਨਜ਼ਰ ਆਉਂਦੀਆਂ। ਕੋਈ ਇੱਕ ਅੱਧਾ ਵਿੱਚ ਮੁਨਸ਼ੀ ਚੇਂਜ ਹੋਵੇ, ਬੰਦਾ ਕੋ ਮੁਨਸ਼ੀ ਵਿੱਚ ਰੱਖਣ ਨਹੀਂ ਤਾਂ ਮੈਨੂੰ ਤਾਂ ਇਹ ਸ਼ਕਲਾਂ ਨਜ਼ਰ ਆਉਂਦੀਆਂ। ਬਾਬਾ ਗੌਸ ਹੋ ਗਿਆ, ਭਾਈ ਅਦਨਾਨ ਤੇ ਭਾਈ ਅਰਸ਼ਾਦ ਸਾਹਿਬ। ਅਸੀਂ ਕਹਿੰਦੇ ਸਾਡੇ ਅੱਡੇ ਦਾ ਕਿਰਾਇਆ ਮੇਨਟੇਨ ਰਵੇ, ਕਿਸੇ ਹੋਰ ਪਾਸ ਗੱਡੀ ਨਾ ਖਰਾਬ ਹੋਵੇ, ਜ਼ਿਮੀਦਾਰ ਨਾ ਖਰਾਬ ਹੋਵੇ, ਇਹ ਸਾਡੀ ਪਹਿਲੀ ਤਰਜੀਹ ਹੁੰਦੀ ਹੈ। ਜਿਹੜੇ ਫਸਲੀ ਬਟੇਰੇ ਹੁੰਦੇ ਕਿਰਾਏ ਕੱਟ ਕਰਕੇ ਗੱਡੀਆਂ ਲਾ ਦਿੰਦੇ, ਗੱਡੀ ਵੀ ਖਰਾਬ ਹੁੰਦੀ ਹੈ, ਜ਼ਿਮੀਦਾਰਾਂ ਕੋਲ ਵੀ ਇੱਜ਼ਤ ਖਰਾਬ ਹੁੰਦੀ ਹੈ, ਬੜੇ ਮਸਲੇ ਮਸਾਇਲ ਪੈਦਾ ਹੋ ਜਾਂਦੇ ਆ। ਪੁਰਾਣੇ ਅੱਡੇ ਹੁੰਦੇ ਅੱਛਾ, ਨਾ। ਇੱਕ ਆਖਰੀ ਸਵਾਲ, ਜੀ ਜੀ ਇਹ ਅੱਡੇ ਵਾਲਾ ਕੰਮ ਚਲਾਉਣ ਸੌਖਾ ਹੈ ਜਾਂ ਔਖਾ ਹੈ? ਇਹਦੇ ਵਿੱਚ ਮੁਸ਼ਕਲਾਤ ਕੀ ਹਨ ਤੁਹਾਨੂੰ ਇਸ ਕੰਮ ਦੇ ਵਿੱਚ? ਇਹ ਤੇਰਾ ਕੁਐਸਚਨ ਜਿਹੜਾ ਬਹੁਤ ਜ਼ਬਰਦਸਤ ਕੀਤਾ ਆ। ਜੀ, ਇਹਦੇ ਵਿੱਚ ਮੁਸ਼ਕਲਾਤ ਇਹ ਹੈ ਕਿ ਨਾ ਤਾਂ ਅਸੀਂ ਗੱਡੀਆਂ ਨੂੰ ਰਾਜ਼ੀ ਰੱਖ ਸਕਦੇ, ਨਾ ਅਸੀਂ ਪਹਿਲੀ ਤਰਜੀਹ ਜ਼ਿਮੀਦਾਰ ਨੂੰ ਰਾਜ਼ੀ ਕਰ, ਐਸੀ ਮਹਿੰਗਾਈ ਦੇ ਦੌਰ ਦੇ ਵਿੱਚ। ਕਿਉਂਕਿ ਗੱਡੀ ਵਾਲੇ ਦੀ ਖੁਆਇਸ਼ ਹੁੰਦੀ ਹੈ ਕਿ ਮੈਨੂੰ ਕਿਰਾਇਆ ਜ਼ਿਆਦਾ ਮਿਲੇ, ਜ਼ਿਮੀਦਾਰ ਦੀ ਇਸ ਦੌਰ 'ਚ ਖੁਆਇਸ਼ ਹੈ ਕਿ ਮੈਨੂੰ ਕਿਰਾਇਆ ਘੱਟ ਮਿਲੇ। ਘੱਟ ਕਿਰਾਏ ਗੱਡੀ ਲੱਭੇ। ਹਾਂ, ਘੱਟ ਕਿਰਾਏ 'ਚ ਗੱਡੀ ਲੱਭੇ, ਇਹ ਕਸ਼ਮਕਸ਼ ਰਹਿੰਦੀ ਅੱਡੇ ਵਾਲੇ ਵਾਸਤੇ। ਹੁਣ ਸਿਰ ਦਰਦ, ਅੱਜ ਤੋਂ ਤੁਸੀਂ 2-3-4 ਸਾਲ ਪਿੱਛੇ ਚਲੇ ਜਾਓ ਤੇ ਇਹਨਾਂ ਚੀਜ਼ਾਂ ਦਾ ਕੋਈ ਮਸਲਾ ਮਸਾਇਲ ਨਹੀਂ ਸੀਗਾ, ਕਿਉਂਕਿ ਉਹਦੇ ਵਿੱਚ ਜਦੋਂ ਫਸਲੀ ਬਟੇਰੇ ਛੋਟੇ ਅੱਡਿਆਂ ਵਾਲੇ ਨਹੀਂ ਆਏ ਹੋਏ ਸੀਗੇ। ਹੁਣ ਆਉਣ ਦੀ ਵਜ੍ਹਾ ਨਾਲ ਉਹਨਾਂ ਨੇ ਇਹ ਸਾਰਾ ਸਿਸਟਮ ਸਾਡਾ ਖਰਾਬ ਕਰਕੇ ਰੱਖ ਦਿੱਤਾ ਹੈ, ਕਿਉਂਕਿ ਗੱਡੀ ਘੱਟ ਕਿਰਾਏ ਚਲਾ ਦਿੰਦੇ, ਜ਼ਿਮੀਦਾਰ ਨੂੰ ਘੱਟ 'ਚ ਮਿਲ ਜਾਂਦੀ, ਜ਼ਿਮੀਦਾਰ ਨੂੰ ਚਲਾ ਜਾਂਦਾ। ਸਾਡੀ ਇਹ ਸ਼ਿਕਾਇਤ ਹੁੰਦੀ ਹੈ ਡਰਾਈਵਰਾਂ ਦੀ, ਬਈ ਜੀ ਜੀ ਯਾਰ ਜਿਹੜਾ ਨਾ ਸਾਡਾ ਕਿਰਾਇਆ ਘੱਟ ਲੈਂਦੇ ਪਏ, ਵਪਾਰੀ ਨੂੰ ਰਾਜੀ ਕਰਨ ਦੇਣ ਤੇ ਸਾਡੀ ਇਹਨਾਂ ਨੂੰ ਸੌਰੀ ਕਾਈ ਨਹੀਂ ਹੁੰਦੀ। ਤੇ ਇੰਨੀ ਤਰ੍ਹਾਂ ਵਪਾਰੀ ਆਦੇ ਉਸਨ ਵੀ ਯਾਰ ਇਹ ਸਾਨੂੰ ਸਸਤੀ ਗੱਡੀ ਦੇਵਣ, ਇਵੇਂ ਨਾ। ਜੀ ਜੀ ਬਿਲਕੁਲ ਇਹੀ ਗੱਲ ਹੈਗੀ ਹੈ ਜੀ ਠੀਕ, ਮਤਲਬ ਇਹ ਕੰਮ ਔਖੜਾ ਹੈ, ਔਖਾ ਹੈ, ਹਰ ਬੰਦੇ ਦੋਨਾਂ ਨੂੰ ਦਾ ਕੰਮ ਰਾਜ਼ੀ ਰੱਖਣਾ ਨਹੀਂ। ਬੜਾ ਔਖਾ ਹੋ ਗਿਆ ਇਸ ਦੌਰ ਦੇ ਵਿੱਚ, ਖਾਸ ਕਰਕੇ ਮਹਿੰਗਾਈ ਦੇ ਦੌਰ ਦੇ ਵਿੱਚ। ਜੀ ਬਿਲਕੁਲ। ਮੇਰੇ ਭਾਈ ਅਰਸ਼ਾਦ ਸਾਹਿਬ ਨੇ ਅਵੈਸੀਆ ਗੁੱਡ ਟਰਾਂਸਪੋਰਟ ਕੰਪਨੀ, ਬਹੁਤ ਸ਼ੁਕਰੀਆ ਯਾਰ, ਤੁਸੀਂ ਵੀਡੀਓ ਵੇਖਦੇ ਹੋ, ਮੇਰੀ ਪਿਆਰ ਮੁਹੱਬਤ ਦਿੰਦੇ ਹੋ, ਲਾਈਕ ਕਰਦੇ ਹੋ, ਮੰਜ਼ਰ ਸ਼ੇਅਰ ਕਰਦੇ ਹੋ, ਸਬਸਕ੍ਰਾਈਬ ਵੀ ਜਿਹਨਾਂ ਬਿਰਾਵਾ ਨਹੀਂ ਕੀਤਾ ਉਹ ਸਬਸਕ੍ਰਾਈਬ ਵੀ ਕਰ ਛੋੜੇ ਸੋ। ਤੇ ਹੁਣ ਇਸੇ ਦੇ ਨਾਲ ਭਾਈ ਅਰਸ਼ਾਦ ਸਾਹਿਬ ਕੋਲ ਇਜਾਜ਼ਤ ਲਿਸਾਂ, ਕਾਫੀ ਟਾਈਮ ਹੋ ਗਿਆ ਇਹਨਾਂ ਨੂੰ ਖਪਾਈਂਦੇ ਆ, ਹੁਣ ਤੰਗ ਨਾ ਹੋ ਜਾਵੇ। ਮੈਨੂੰ ਕੋਈ ਮਸਲਾ ਨਹੀਂ ਲੱਗਦਾ। ਮਿਹਰਬਾਨੀ ਸਰ, ਬਹੁਤ ਸ਼ੁਕਰੀਆ। ਥੈਂਕ ਯੂ। ਅੱਲਾਹ ਹਾਫਿਜ਼। ਅੱਲਾਹ ਹਾਫਿਜ਼। ਨਾਜ਼ਰੀਨ, ਇਸੇ ਦੇ ਨਾਲ ਆਪਣੇ ਭਰਾ ਬੰਦਰ ਬਾਟਾ ਨੂੰ ਇਜਾਜ਼ਤ ਦੇਸੋ। ਅੱਲਾਹ ਹਾਫਿਜ਼।